ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਲਈ ਕੀ ਹੈ, ਕਿਉਂ ਇੰਨਾ ਮਹੱਤਵਪੂਰਨ ਹੈ? ਸ਼੍ਰੀ ਅਕਾਲ ਤਖਤ ਸਾਹਿਬ ਤੇ ਸਮੇਂ ਦੀਆਂ ਹਕੂਮਤਾਂ ਦੇ ਵੱਲੋਂ ਕਿੰਨੀ ਵਾਰੀ ਹਮਲੇ ਕੀਤੇ ਗਏ ਨੇ ਤੇ ਉਹ ਹਮਲੇ ਦੇ ਪਿੱਛੇ ਕੀ ਕਾਰਨ ਹੈ? ਕੀ ਐਸਾ ਖੌਫ ਹੈ ਦਿੱਲੀ ਦੀ ਹਕੂਮਤ ਨੂੰ ਇਸ ਤਖਤ ਤੋਂ? ਇੱਕਦਮ ਲੋੜ ਪੈ ਗਈ ਸੀ ਉਦੋਂ ਹਾਲਾਤਾਂ ਦੇ ਮੁਤਾਬਿਕ ਜਾਂ ਫਿਰ ਦੂਰ ਅੰਦੇਸ਼ੀ ਸੋਚ ਦੇ ਨਾਲ ਗੁਰੂ ਸਾਹਿਬ ਨੇ ਇਹ ਸੰਕਲਪ ਹੈ ਜਿਹੜਾ ਸਿਰਜਿਆ? ਸਾਹਿਬ ਨੇ ਆਖਿਆ ਕਿ ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਮਥਾਜੀ ਨਹੀਂ ਕਰਨੀ, ਸਿਰ ਦੇ ਦਿਓ ਪਰ ਮਥਾਜੀ ਨਾ ਕਰਿਓ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿਹੜੇ ਪ੍ਰਮੁੱਖ ਫੈਸਲੇ ਨੇ, ਕਿਹੜੀਆਂ ਮੁਸੀਬਤਾਂ ਦੇ ਵੇਲੇ ਜਿਹੜੇ ਵੱਡੇ ਫੈਸਲੇ ਲਏ ਗਏ ਨੇ? ਇਹ ਜਥੇਦਾਰ ਬਣਾਉਣ ਦੀ ਜਿਹੜੀ ਪਿਰਤ ਹੈ ਉਹ ਕਦੋਂ ਪਈ ਹੈ? ਜਥੇਦਾਰ ਜਿਹੜਾ ਉਹ ਸਰਬ ਸਾਂਝਾ ਹੁੰਦਾ ਹੈ। ਜਦੋਂ ਜਥੇਦਾਰ ਜਿਹੜਾ ਉਹ ਜਥੇਦਾਰ ਬਣਨ ਦੀ ਬਜਾਏ ਖੁਦ ਕਿਸੇ ਦੇ ਮਤਹਿਤ ਹੋ ਕੇ ਆਪਣੇ ਆਪ ਨੂੰ ਦੱਸੇ ਵੀ ਮੈਂ ਹੈਗਾ ਵਾਂ, ਤਾਂ ਫਿਰ ਜਥੇਦਾਰ ਸਾਹਿਬ ਦਾ ਜਿਹੜਾ ਸਤਿਕਾਰ ਆ ਉਹ ਕਿੱਥੋਂ ਹੋਣਾ? ਐਸਜੀਪੀਸੀ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਕਿਵੇਂ ਹੋ ਜਾਂਦੇ ਨੇ? ਅਕਾਲ ਤਖਤ ਸਾਹਿਬ ਐਸਜੀਪੀਸੀ ਦੇ ਅਧੀਨ ਕਿਵੇਂ ਹੋ ਜਾਂਦਾ ਹੈ? ਸ਼੍ਰੋਮਣੀ ਅਕਾਲੀ ਦਲ ਇੱਕ ਸ਼ੇਰ ਆ, ਔਰ ਜਿਹੜਾ ਉੱਤੇ ਬੈਠਾ ਆ ਉਹਨੂੰ ਵੀ ਪਤਾ ਵੀ ਜਿੱਦਣ ਮੈਂ ਇਹਦੇ ਤੋਂ ਉਤਰ ਗਿਆ ਤੇ ਜਿਹੜਾ ਦੂਜੇ ਸਵਾਰ ਹੋਣੇ ਉਹਨਾਂ ਨੇ ਸਾਨੂੰ ਖਾ ਜਾਣਾ। ਇਹ ਅਕਾਲ ਤਖਤ ਸਾਹਿਬ ਨੂੰ ਬੜੇ ਨੀਵਾਂ ਦਿਖਾਉਣ ਵਾਲਾ ਕਦਮ ਵੀ ਹੈਗਾ, ਭਾਵੇਂ ਕਿ ਬਾਅਦ ਵਿੱਚ ਜਦੋਂ ਕੌਮ ਨੇ ਵਿਰੋਧ ਕੀਤਾ ਤੇ ਇਹਨਾਂ ਨੂੰ ਹੁਕਮਨਾਮਾ ਵਾਪਸ ਵੀ ਲੈਣਾ ਪੈ ਗਿਆ। ਇੱਕ ਸਿਆਸੀ ਪਰਿਵਾਰ ਨੂੰ ਤਾਕਤ ਦੇਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ, ਪਰ ਇਹਦਾ ਹਸ਼ਰ ਵੀ ਤੁਸੀਂ ਹੁਣ ਵੇਖੋ ਨਾ ਵੀ ਕੀ ਹੋ ਰਿਹਾ। ਬਿਲਕੁਲ। ਸਿੱਖ ਸੰਗਤ ਨੂੰ ਕਿਉਂ ਨਹੀਂ ਮਨਜ਼ੂਰ ਕਿ ਸਰਕਾਰ ਦੀ ਮਦਦ ਨਾਲ ਬਣਾਈ ਜਾਵੇ ਇਮਾਰਤ, ਉਸ ਨੂੰ ਕਿਉਂ ਢਾਇਆ ਗਿਆ? ਨੁਕਸਾਨ ਜਿੰਨੇ ਵੀ ਕੀਤਾ ਜਾਂ ਕਰਵਾਇਆ ਉਹ ਮਹਾਰਾਜ ਨੇ ਉਹਦਾ ਛੱਡਿਆ ਕੱਖ ਨਹੀਂ ਆ। ਬਿਲਕੁਲ। ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ। ਅੱਜ ਇਤਿਹਾਸ ਦੀ ਗੱਲ ਕਰਾਂਗੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਇਤਿਹਾਸ ਦੀ। ਸ਼੍ਰੀ ਅਕਾਲ ਤਖਤ ਸਾਹਿਬ ਦੀ ਅੱਜ ਦੇ ਦਿਨ ਸਿਰਜਣਾ ਹੋਈ ਸੀ। 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਦਾ ਤਖਤ ਸਿਰਜਿਆ ਸੀ। ਦੁਨੀਆ ਤੇ ਕਹਿੰਦੇ ਬੜੇ ਮਹਾਰਾਜੇ ਰਾਜੇ ਹੋਏ ਨੇ ਜਿਨ੍ਹਾਂ ਨੇ ਆਪੋ ਆਪਣੇ ਤਖਤ ਉਸਾਰੇ, ਸਮੇਂ ਦੇ ਨਾਲ ਉਹ ਤਖਤ ਢਹਿ ਢੇਰੀ ਹੁੰਦੇ ਗਏ, ਪਰ ਇੱਕੋ ਇੱਕ ਇਹ ਤਖਤ ਹੈ ਸ਼੍ਰੀ ਅਕਾਲ ਤਖਤ ਸਾਹਿਬ, ਜਿਸ ਨੂੰ ਕਦੇ ਕੋਈ ਮਿਟਾ ਨਹੀਂ ਸਕਦਾ, ਕਿਉਂਕਿ ਇਹ ਅਕਾਲ ਦਾ ਤਖਤ ਹੈ, ਇਹ ਕਿਸੇ ਬੰਦੇ ਦੇ ਅਧੀਨ ਨਹੀਂ ਹੈ। ਤੇ ਸਿੱਖ ਕੌਮ ਦੇ ਵਿੱਚ ਕਿਉਂ ਇਸ ਤਖਤ ਦੀ ਗੱਲ ਜਿਹੜੀ ਉਹ ਵੱਡੇ ਪੱਧਰ ਤੇ ਹੁੰਦੀ ਹੈ, ਕਿਉਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਅੱਜ ਵੀ ਚਰਚਾ ਹੋ ਰਹੀ ਹੈ ਕਿ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਭੂ ਸੱਤਾ ਸੰਪੰਨ ਜਿਹੜੀ ਸਿੱਖਾਂ ਦੀ ਸੰਸਥਾ ਹੈ, ਅੱਜ ਉਤੇ ਪੋਲੀਟੀਕਲੀ ਧਿਰਾਂ ਨੇ ਕਬਜ਼ਾ ਕੀਤਾ ਹੋਇਆ ਹੈ। ਆਪਾਂ ਕਈ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਕਰਾਂਗੇ। ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਭਾਈ ਕੁਲਦੀਪ ਸਿੰਘ ਗੜਗੱਜ। ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ, ਸਭ ਤੋਂ ਪਹਿਲਾਂ ਇਹੀ ਸਵਾਲ ਮਨ ਦੇ ਵਿੱਚ ਆ ਰਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਲਈ ਕੀ ਹੈ, ਕਿਉਂ ਇੰਨਾ ਮਹੱਤਵਪੂਰਨ ਹੈ? ਦੇਖੋ ਜੀ, ਸ਼੍ਰੀ ਅਕਾਲ ਤਖਤ ਸਾਹਿਬ ਇਦਾਂ ਹੀ ਆ ਜਿੱਦਾਂ ਸਾਡੇ ਅੰਦਰ ਇੱਕ ਸਾਡੀ ਰੂਹ ਆ ਤੇ ਇੱਕ ਸਰੀਰ ਆ ਜੀ। ਜਿਹੜੀ ਰੂਹ ਆ ਉਹ ਸਾਡੀ ਰੂਹਾਨੀਅਤ ਆ ਤੇ ਜਿਹੜਾ ਸਰੀਰ ਆ ਉਹ ਸਾਡੀ ਇੱਕ ਰਾਜਸੀ ਤਾਕਤ ਵੀ ਆ ਜੀ। ਜੋ ਸ਼੍ਰੀ ਅਕਾਲ ਤਖਤ ਸਾਹਿਬ ਆ ਇਹ ਹਰ ਵੇਲੇ ਸਿੱਖਾਂ ਦੀ ਅਗਵਾਈ ਕਰਦਾ। ਸ਼੍ਰੀ ਅਕਾਲ ਤਖਤ ਸਾਹਿਬ ਦਾ ਮਤਲਬ ਆ ਅਕਾਲ ਦਾ ਤਖਤ, ਭਾਵ ਜਿਹੜਾ ਕਾਲ ਦੇ ਅਧੀਨ ਨਹੀਂ ਆ, ਸਮੇਂ ਦੇ ਅਧੀਨ ਨਹੀਂ ਆ। ਸਮੇਂ ਦੇ ਵਿੱਚ ਹਕੂਮਤਾਂ ਵੀ ਆ ਜਾਂਦੀਆਂ ਵਾ, ਸਮੇਂ ਦੇ ਵਿੱਚ ਮਰਨਾ ਜੰਮਣਾ ਵੀ ਆ ਜਾਂਦਾ ਜੀ। ਅਕਾਲ ਤਖਤ ਸਾਹਿਬ ਜਿਹੜਾ ਉਹ ਕਾਲ ਤੋਂ ਰਹਿਤ ਆ, ਉਹ ਸਦੀਵੀ ਆ, ਉਹ ਸਦਾ ਕਾਇਮ ਰਹਿਣ ਵਾਲਾ ਵਾ। ਤੋ ਜਿਹੜਾ ਸਿੱਖਾਂ ਦੇ ਵਿੱਚ ਮਹੱਤਵ ਆ ਇਹ ਹਮੇਸ਼ਾ ਲਈ ਆ, ਕਿਉਂਕਿ ਜਿਹੜੇ ਸਿੱਖ ਵਾ ਉਹ ਕੋਈ ਉਹ ਨਹੀਂ ਹੈਗੇ ਵੀ ਉਹ ਜੋਗੀਆਂ ਦੇ ਮੱਠਾਂ ਦੇ ਵਿੱਚ ਰਹਿਣ ਵਾਲੇ ਆ ਜਾਂ ਕੋਈ ਸਿਰਫ ਮਾਲਾ ਫੇਰਨ ਵਾਲੇ ਆ। ਸਿੱਖ ਕੌਮ ਜਿਹੜੀ ਆ ਇਹ ਆਪਣੀ ਇੱਕ ਰਾਜਸੀ ਸੋਚ ਦੇ ਪ੍ਰਗਟਾਵੇ ਦੇ ਲਈ ਤੇ ਦੁਨੀਆ ਦੇ ਵਿੱਚ ਇੱਕ ਹਲੇਮੀ ਰਾਜ ਦੀ ਕਾਇਮੀ ਦੇ ਲਈ ਹਮੇਸ਼ਾ ਸੋਚਦੀ ਵੀ ਆ, ਵਿਚਰਦੀ ਵੀ ਆ ਤੇ ਕਾਇਮ ਵੀ ਕੀਤਾ। ਉਹ ਜਿਹੜੀ ਸਾਡੀ ਹਲੇਮੀ ਰਾਜ ਨੂੰ ਸਿਰਜਣਾ ਕਰਨ ਵਾਲੀ ਗੱਲ ਆ, ਉਹਦਾ ਜਿਹੜਾ ਸਾਡਾ ਸੰਕਲਪ ਆ ਉਹ ਹਮੇਸ਼ਾ ਤੋਂ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਲਦਾ ਹੈਗਾ। ਤੋਂ ਆਪਾਂ ਇਹ ਕਹਿ ਸਕਦੇ ਕਿ ਸਿੱਖਾਂ ਦੀ ਜਿਹੜੀ ਰਾਜਸੀ ਉਮੰਗ ਆ ਉਹਦਾ ਜਿਹੜਾ ਧੁਰਾ ਵਾ
ਉਹ ਸ਼੍ਰੀ ਅਕਾਲ ਤਖਤ ਸਾਹਿਬ। ਬਿਲਕੁਲ, ਯਾਨੀ ਕਿ ਇੱਕ ਪ੍ਰਤੀਕ ਦੇ ਵਜੋਂ ਗੁਰੂ ਸਾਹਿਬ ਨੇ ਇਸ ਨੂੰ ਸਿਰਜਿਆ। ਤੇ ਸਿਰਜਣਾ ਕਦੋਂ ਹੁੰਦੀ ਹੈ ਭਾਈ ਸਾਹਿਬ, ਤੇ ਉਦੋਂ ਇੱਕਦਮ ਲੋੜ ਪੈ ਗਈ ਸੀ, ਉਦੋਂ ਹਾਲਾਤਾਂ ਦੇ ਮੁਤਾਬਿਕ, ਜਾਂ ਫਿਰ ਦੂਰ ਅੰਦੇਸ਼ੀ ਸੋਚ ਦੇ ਨਾਲ ਗੁਰੂ ਸਾਹਿਬ ਨੇ ਇਹ ਸੰਕਲਪ ਹੈ ਜਿਹੜਾ ਸਿਰਜਿਆ? ਤੇ ਕਿਉਂ 6ਵੇਂ ਗੁਰੂ ਸਾਹਿਬ ਨੇ ਹੀ ਸਿਰਜਿਆ, ਪਹਿਲਾਂ ਲੋੜ ਨਹੀਂ ਸੀ? ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਕਹਿਤੀ ਸੀ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਰਾਹ ਵਾ ਜਾਂ ਧਰਮ ਆ, ਇਹਦੇ ਵਿੱਚ ਸਾਹਿਬ ਨੇ ਆਖਿਆ ਕਿ ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਮਥਾਜੀ ਨਹੀਂ ਕਰਨੀ, ਸਿਰ ਦੇ ਦਿਓ ਪਰ ਮਥਾਜੀ ਨਾ ਕਰਿਓ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਮਿਸ਼ਨ ਸ਼ੁਰੂ ਕੀਤਾ ਵਾ, ਉਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਆ ਮੀਰੀ ਪੀਰੀ ਦੇ ਮਾਲਕ, ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 1606 ਦੇ ਅੰਦਰ ਲਾਹੌਰ ਦੀ ਧਰਤੀ ਤੇ ਪੂਰਨ ਸ਼ਾਂਤਮਈ ਰਹਿ ਕੇ ਸ਼ਹਾਦਤ ਪ੍ਰਾਪਤ ਕਰਦੇ ਆ, ਤਤੀ ਤਵੀ ਉੱਤੇ ਵੀ ਬਹਿੰਦੇ ਆ, ਤਤੀ ਰੇਤ ਵੀ ਉਹਨਾਂ ਦੇ ਸੀਸ ਤੇ ਪੈਂਦੀ ਆ, ਬਹੁਤ ਜ਼ਿਆਦਾ ਉਹਨਾਂ ਦੇ ਸਰੀਰ ਤੇ ਤਸ਼ੱਦਦ ਹੁੰਦਾ। ਤੋ ਸਾਡਾ ਜਿਹੜਾ ਇਹ ਸ਼ਾਂਤਮਈ ਇੱਕ ਰਾਹ ਵਾ, ਇਹਨੂੰ ਕੋਈ ਸਾਡੀ ਕਾਇਰਤਾ ਵੀ ਨਾ ਸਮਝ ਲੇ, ਤਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਵੇਂ ਗੁਰੂ ਅਰਜਨ ਸਾਹਿਬ ਹੁਕਮ ਕਰਕੇ ਗਿਆ ਸੀ, ਉਹਦੇ ਤਹਿਤ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਜਾਂਦੀ ਆ। ਔਰ ਵੇਖੋ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਵਰਗੇ ਗੁਰਮੁਖ, ਆਪ ਗੁਰੂ ਸਾਹਿਬ, ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਹੁੰਦੀ ਆ, ਤੇ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਗੁਰੂ ਸਾਹਿਬ ਆਪ ਉਸਾਰੀ ਆਪਣੇ ਹੱਥੀਂ ਕਰਾਉਂਦੇ ਆ ਸੰਗਤਾਂ ਦੇ ਕੋਲੋਂ। ਉਹਦਾ ਪ੍ਰਾਤਨ ਥੜਾ ਵਾ ਜਿਹਨੂੰ ਹੁਣ ਵੀ ਸਾਂਭ ਕੇ ਰੱਖਿਆ ਆ, ਉਹਦੀ ਉਸਾਰੀ ਗੁਰੂ ਸਾਹਿਬ ਤੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਆਪ ਕਰਦੇ ਆ। ਇਹ ਇੰਨੀ ਗੱਲ ਹੀ ਸਾਡੇ ਲਈ ਬੜੀ ਫਿਰ ਮਹੱਤਵਪੂਰਨ ਹੋ ਜਾਂਦੀ ਆ ਵੀ ਜਿਹਨੂੰ ਗੁਰੂ ਸਾਹਿਬ ਆਪ ਤੇ ਆਪਣੀ ਦੇਖ ਰੇਖ ਦੇ ਵਿੱਚ ਤਿਆਰ ਕਰਾਉਂਦੇ, ਔਰ ਜਿਹਦਾ ਨਾਮ ਅਕਾਲ ਬੁੰਗਾ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਆ, ਉਹ ਜਿਹੜਾ ਵਾ ਉਹ ਕਿੰਨਾ ਵੱਡਾ ਮਹੱਤਵ ਜਿਹੜਾ ਸਿੱਖਾਂ ਦੇ ਜੀਵਨ ਦੇ ਵਿੱਚ ਔਰ ਸਿੱਖ ਕੌਮੀਅਤ ਦੇ ਵਿੱਚ ਰੱਖਦਾ ਹੈ। ਜੀ ਜੀ, ਬਿਲਕੁਲ ਬਿਲਕੁਲ। ਸੋ ਭਾਈ ਸਾਹਿਬ, ਆਮ ਜਿਵੇਂ ਤੁਸੀਂ ਕਿਹਾ ਕਿ ਰਾਜਸੀ ਫੈਸਲਿਆਂ ਦੇ ਲਈ ਬੜਾ ਮਹੱਤਵਪੂਰਨ ਹੈ, ਜੇ ਇੱਕ ਸਰੀਰ ਹੈ ਤਾਂ ਦੂਸਰਾ ਆਤਮਾ ਹੈ, ਦੋਵੇਂ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਇੱਕੋ ਥਾਂ ਤੇ ਸਥਾਪਿਤ ਨੇ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿਹੜੇ ਪ੍ਰਮੁੱਖ ਫੈਸਲੇ ਨੇ, ਕਿਹੜੀਆਂ ਮੁਸੀਬਤਾਂ ਦੇ ਵੇਲੇ ਜਿਹੜੇ ਵੱਡੇ ਫੈਸਲੇ ਲਏ ਗਏ ਨੇ? ਦੇਖੋ ਜੀ, ਅਕਾਲ ਤਖਤ ਸਾਹਿਬ ਤੋਂ ਹਮੇਸ਼ਾ ਹੀ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਵੀ ਉਦੋਂ ਕਹਿੰਦੇ ਆ ਕਿ ਜਬ ਹਮਰੇ ਦਰਸ਼ਨ ਕੋ ਆਵੋ, ਹੋਏ ਸੁਚੇਤ ਤਨ ਸ਼ਾਸਤਰ ਸਜਾਵੋ, ਕਮਰ ਕਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਦਿਖਾਈ। ਕਿਉਂਕਿ ਪਹਿਲਾਂ ਤੇ ਲੋਕਾਂ ਦੇ ਵਿੱਚ ਇਹੋ ਹੀ ਪ੍ਰਭਾਵ ਹੁੰਦਾ ਸੀ ਵੀ ਜਿਹੜੇ ਧਰਮੀ ਪੁਰਸ਼ ਆ, ਉਹਨਾਂ ਦਾ ਕੰਮ ਸਿਰਫ ਰੱਬ ਦਾ ਨਾਮ ਲੈਣਾ, ਪਰ ਗੁਰੂ ਸਾਹਿਬ ਨੇ ਕਿਉਂਕਿ ਇੱਥੇ ਇੱਕ ਆਦਰਸ਼ਕ ਮਨੁੱਖ ਦੀ ਸਿਰਜਣਾ ਵੀ ਕਰਨੀ ਸੀ, ਹਲੇ ਮੀਰਾਜ ਦੀ ਸਿਰਜਣਾ ਵੀ ਕਰਨੀ ਸੀ, ਤਾਂ ਕਰਕੇ ਗੁਰੂ ਸਾਹਿਬ ਨੇ ਨਾਲ ਦੀ ਨਾਲ ਆਖਿਆ ਕਿ ਭਾਈ ਦੇਖੋ, ਤੁਸੀਂ ਸ਼ਾਸਤਰਧਾਰੀ ਵੀ ਹੋਣਾ, ਹਥਿਆਰਬੰਦ ਹੋਣਾ, ਘੋੜੇ ਦੀ ਸਵਾਰੀ ਵੀ ਕਰਨੀ, ਦਸਤਾਰ ਵੀ ਸਜਾਉਣੀ, ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਇਹ ਰਾਜਸੀ ਨਿਸ਼ਾਨੀਆਂ, ਜਿਹੜੀਆਂ ਰਾਜ ਭਾਗ ਦੀਆਂ ਨਿਸ਼ਾਨੀਆਂ ਵੀ ਹੈਗੀਆਂ ਹੈ। ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਭ ਤੋਂ ਪਹਿਲਾਂ ਤੇ ਇਹੋ ਹੀ ਵੀ ਹਥਿਆਰਬੰਦ ਹੋ, ਸ਼ਾਸਤਰਧਾਰੀ ਹੋ ਕੇ ਤੁਸੀਂ ਆਓ, ਘੋੜੇ ਦੀ ਸਵਾਰੀ ਕਰਕੇ ਆਓ। ਫਿਰ ਜਦੋਂ ਆਪਾਂ ਵੇਖਦੇ ਨਾ 18ਵੀਂ ਸਦੀ, ਖਾਸ ਕਰਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਦੇ ਉੱਤੇ ਬਹੁਤ ਜ਼ਿਆਦਾ ਵਿਪਤਾ ਵਾਲਾ ਸਮਾਂ ਆਉਂਦਾ, ਜਦੋਂ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਲੇ ਦੁਆਲਿਓਂ ਘੇਰਾਬੰਦੀ ਵੀ ਹੋ ਗਈ, ਪਰ ਇਹਦੇ ਬਾਵਜੂਦ ਵੀ ਸਿੱਖ ਜਿਹੜੇ ਆ ਦੀਵਾਲੀ ਤੇ ਵਿਸਾਖੀ ਦੇ ਮੌਕੇ ਤੇ ਵੱਡੇ ਇਕੱਠ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਰਦੇ ਰਹੇ ਆ। ਔਰ ਉਹਨਾਂ ਇਕੱਠਾਂ ਦੇ ਵਿੱਚ ਇੱਕ ਤੇ ਹੈਗਾ 4 ਅਕਤੂਬਰ 1745 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ 25 ਸਿੱਖਾਂ ਦੇ ਜਥੇ ਬਣਾਏ ਗਏ ਵੱਖ-ਵੱਖ। ਫਿਰ 19 ਮਾਰਚ 1748 ਦੀ ਵਿਸਾਖੀ ਨੂੰ 11 ਮਿਸਲਾਂ ਜਿਹੜੀਆਂ ਸਿੱਖਾਂ ਦੀਆਂ, ਜਿਨ੍ਹਾਂ ਦਾ ਬੜਾ ਅਹਿਮ ਯੋਗਦਾਨ ਆ ਸਿੱਖ ਰਾਜ ਕਾਇਮ ਕਰਨ ਦੇ ਵਿੱਚ, ਇਹ 11 ਮਿਸਲਾਂ ਦੀ ਜਿਹੜੀ ਸਿਰਜਣਾ ਵਾ, ਇਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ 19 ਮਾਰਚ 1748 ਨੂੰ ਹੁੰਦੀ ਆ। ਤਾਂ ਇਹ ਕਹਿਣ ਦਾ ਮਤਲਬ ਇਹ ਆ ਵੀ ਕੋਈ ਵੀ ਸਾਡੇ ਤੇ ਔਖਾ ਸਮਾਂ ਆਉਂਦਾ ਸੀ, ਵਿਪਤਾ ਵਾਲਾ ਸਮਾਂ ਆਉਂਦਾ ਸੀ, ਉੱਥੇ ਜਿਹੜੇ ਸਿੱਖ ਵਾ ਸਰਬੱਤ ਖਾਲਸੇ ਦੀ ਸ਼ਕਲ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕੱਠੇ ਹੁੰਦੇ ਸੀ। ਸਾਰਾ ਪੰਥ ਮਿਲ ਜੁਲ ਕੇ ਫੈਸਲੇ ਲੈਂਦਾ ਸੀ। ਉਹਨਾਂ ਫੈਸਲਿਆਂ ਨੂੰ ਫਿਰ ਸਿੱਖਾਂ ਦੇ ਵੱਲੋਂ ਚੁਣਿਆ ਹੋਇਆ ਜਿਹੜਾ ਜਥੇਦਾਰ ਆ ਜਾਂ ਪੰਜ ਸਿੰਘ ਆ, ਉਹ ਫਿਰ ਅੱਗੇ ਕੌਮ ਦੇ ਰੱਖਦੇ ਸੀ ਤੇ ਵਿਚਾਰ ਚਰਚਾ ਤੋਂ ਬਾਅਦ ਉਹਨਾਂ ਫੈਸਲਿਆਂ ਨੂੰ ਲਾਗੂ ਕੀਤਾ ਜਾਂਦਾ ਸੀ। ਇੱਕ ਪੰਚ ਪ੍ਰਧਾਨੀ ਜਿਹੜਾ ਸਿਸਟਮ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ
ਚੱਲਦਾ ਗਿਆ। ਔਰ ਜਦੋਂ ਵਿਪਤਾ ਦਾ ਸਮਾਂ ਹੈ ਜੀ ਜੀ ਉਹ ਵੇਲੇ ਏਡੇ ਆ 11 ਮਿਸਲਾਂ ਦਾ ਜਿਹੜਾ ਫੈਸਲਾ ਸੀ ਇਹ ਬਹੁਤ ਦੂਰ ਅੰਦੇਸ਼ੀ ਦਾ ਫੈਸਲਾ ਹੈ ਜੀ। ਔਰ ਫਿਰ ਇਹ ਮਿਸਲਾਂ ਜਿਹੜੀਆਂ ਵਾ ਸਿਰਫ ਪੰਜਾਬ ਨਹੀਂ, ਪੰਜਾਬ ਤੋਂ ਬਾਹਰ ਵੀ ਇਹਨਾਂ ਨੇ ਆਪਣਾ ਫੈਲਾਅ ਕੀਤਾ ਤੇ ਰਾਜ ਭਾਗ ਤੱਕ ਪਹੁੰਚੇ। ਫਿਰ ਇਹ ਨਹੀਂ ਆ ਵੀ ਸਾਡਾ ਨਿਸ਼ਾਨਾ ਸਿਰਫ ਇੱਕ ਜ਼ਮੀਨ ਦਾ ਟੁਕੜਾ ਹੀ ਲੈਣਾ ਹੈ। ਹਾਂਜੀ, ਮਤਲਬ ਇਹ ਵੀ ਸਾਡੇ ਅਕਾਲ ਤਖਤ ਸਾਹਿਬ ਦੇ ਇਤਿਹਾਸ ਦੇ ਵਿੱਚ ਆਉਂਦਾ ਵੀ ਇੱਕ ਗਰੀਬ ਬ੍ਰਾਹਮਣ ਆਪਣੀ ਫਰਿਆਦ ਲੈ ਕੇ ਆਇਂਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿ ਮੇਰੀ ਨਵੀਂ ਵਿਆਹੀ ਵੋਟੀ ਨੂੰ ਜਿਹੜੇ ਹਾਕਮ ਹੀ ਉਹ ਚੁੱਕ ਕੇ ਲੈ ਗਏ ਆ, ਕਸੂਰ ਦਾ ਹਾਕਮ ਚੁੱਕ ਕੇ ਲੈ ਗਿਆ। ਉਦੋਂ ਸਿੱਖ ਅਕਾਲ ਤਖਤ ਸਾਹਿਬ ਤੇ ਬਹਿ ਕੇ ਵਿਚਾਰ ਕਰਦੇ ਆ ਤੇ ਵਿਚਾਰ ਕਰਕੇ ਪੰਥ ਫੈਸਲਾ ਕਰਕੇ ਉਹ ਗਰੀਬ ਨੂੰ ਇਨਸਾਫ ਦਿਵਾਉਣ ਦੇ ਲਈ ਕਸੂਰ ਤੇ ਹਮਲਾ ਵੀ ਕਰ ਦਿੰਦਾ, ਉਹਦੀ ਘਰ ਦੀ ਵਾਪਸ ਵੀ ਲਿਆ ਕੇ ਦਿੰਦੇ ਆ। ਮਤਲਬ ਕਈ ਦੁਖੀ ਦੁਖਿਆਰੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਂਦੇ ਹੀ, ਫਰਿਆਦ ਰੱਖਦੇ ਹੀ ਤੇ ਗੁਰੂ ਖਾਲਸਾ ਜਿਹੜਾ ਵਾ ਉਹਨਾਂ ਦੀ ਫਿਰ ਉਥੋਂ ਮਦਦ ਕਰਦਾ ਹੈ। ਜੀ ਬਿਲਕੁਲ। ਸੋ ਭਾਈ ਸਾਹਿਬ ਹੁਣੇ ਤੁਸੀਂ ਗੱਲ ਕੀਤੀ ਹੈ ਕਿ ਪੰਜ ਪ੍ਰਧਾਨੀ ਹੈ ਜਿਹੜੀ ਉਹ ਪ੍ਰਥਾ ਚੱਲਦੀ ਸੀਗੀ, ਪੰਜ ਪ੍ਰਧਾਨੀ ਫੈਸਲਾ ਸੁਣਾਉਂਦੀ ਸੀ, ਪੰਜ ਪਿਆਰੇ ਨੇ ਜਿਹੜੇ, ਤੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪਾਂ ਦੇਖਦੇ ਹਾਂ ਹੁਣ ਇਹ ਜਥੇਦਾਰ ਬਣਾਉਣ ਦੀ ਜਿਹੜੀ ਪਿਰਤ ਹੈ ਉਹ ਕਦੋਂ ਪਈ ਹੈ? ਦੇਖੋ ਜੀ, ਇਹ ਤੇ ਮੰਨਿਆ ਜਾਂਦਾ ਵੀ ਜਿਹੜੇ ਭਾਈ ਗੁਰਦਾਸ ਜੀ ਆ ਉਹ ਮਤਲਬ ਸੇਵਾ ਸੰਭਾਲ ਸਾਂਭਦੇ ਆ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ। ਉਹਦੇ ਤੋਂ ਬਾਅਦ ਜਦੋਂ ਸਿੱਖ ਮਿਸਲਾਂ ਦਾ ਸਮਾਂ ਆਉਂਦਾ ਵਾ ਤੇ ਸਿੱਖ ਮਿਸਲਾਂ ਤੋਂ ਪਹਿਲਾਂ ਜਦੋਂ ਸਾਡੇ ਤੇ ਬੜਾ ਤਸ਼ੱਦਦ ਦਾ ਦੌਰ ਸੀ ਉਦੋਂ ਵੀ ਜਿਹੜੇ ਸਿੱਖ ਵਾ ਜਿਹੜੇ ਆਪਣੇ ਖਾਲਸੇ ਪੰਥ ਦੀਆਂ ਧਿਰਾਂ ਵਾ ਉਹ ਉੱਥੇ ਜਾ ਕੇ ਆਪਣੀਆਂ ਕਰਦੀਆਂ ਸੀ। ਫਿਰ ਅਗਲੇ ਜਿਹੜੇ ਜਿਗਰ ਆਉਂਦੇ ਆ ਅਕਾਲੀ ਫੂਲਾ ਸਿੰਘ ਹੁਣਾਂ ਦਾ, ਅਕਾਲੀ ਫੂਲਾ ਸਿੰਘ ਹੁਣੀ ਜਿਹੜੇ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਾਰੀ ਸੇਵਾ ਸੰਭਾਲ ਕਰਦੇ ਆ ਤੇ ਉਹਨਾਂ ਦੇ ਸਮੇਂ ਇੰਨਾ ਜ਼ਿਆਦਾ ਪ੍ਰਭਾਵ ਹੈਗਾ ਸੀ ਜਥੇਦਾਰ ਸਾਹਿਬ ਦਾ ਵੀ ਮਹਾਰਾਜਾ ਰਣਜੀਤ ਸਿੰਘ ਜਿਹੜੇ ਹੈਗੇ ਆ ਉਹ ਵੀ ਹੱਥ ਜੋੜ ਕੇ ਉੱਥੇ ਖੜੇ ਹੋ ਜਾਂਦੇ ਸੀ ਤੇ ਕਹਿੰਦੇ ਵੀ ਜੇ ਗਲਤੀ ਆ ਤੇ ਮੈਨੂੰ ਸਜ਼ਾ ਲਾਓ, ਔਰ ਸਜ਼ਾ ਉਹਨਾਂ ਨੂੰ ਲੱਗਦੀ ਵੀ ਹੈਗੀ। ਤੋਂ ਭਾਈ ਗੁਰਦਾਸ ਜੀ ਤੋਂ ਲੈ ਕੇ ਆਪਾਂ ਅਕਾਲੀ ਫੂਲਾ ਸਿੰਘ ਤੱਕ ਆ ਜਾਈਏ ਜੀ ਤਾਂ ਇਹ ਜਿਹੜੇ ਜਥੇਦਾਰ ਸਾਹਿਬ ਪਹਿਲਾਂ ਹੁੰਦਾ ਸੀ ਵੀ ਕੌਮ ਜਿਹੜੀ ਆ ਉਹ ਆਪ ਆਪਣੇ ਵਿੱਚੋਂ ਹੀ ਗੁਰਮੁਖ ਪਿਆਰਿਆਂ ਨੂੰ ਉੱਥੇ ਚੁਣ ਕੇ ਤੇ ਸਰਬੱਤ ਖਾਲਸੇ ਰਾਹੀਂ ਉਹਨਾਂ ਨੂੰ ਉੱਥੇ ਬਾਲ ਦਿੱਤਾ ਜਾਂਦਾ ਹੈ। ਉਹ ਜਥੇਦਾਰ ਦਾ ਮਤਲਬ ਹੈ ਜਥੇ ਦੀ ਅਗਵਾਈ ਕਰਨ ਵਾਲਾ। ਯਾਨੀ ਕਿ ਪਹਿਲਾਂ ਹੁੰਦਾ ਸੀ ਕਿ ਇਕੱਠ ਹੁੰਦਾ ਸੀ ਜਿਹਦੇ ਵਿੱਚ ਕੌਮ ਦੇ ਜਿਹੜੇ ਨੁਮਾਇੰਦੇ ਪਹੁੰਚਦੇ ਸੀ, ਆਮ ਸਿੱਖ ਪਹੁੰਚਦੇ ਸੀ, ਉਹ ਮਿਲ ਕੇ ਚੁਣਦੇ ਸੀ ਜੀ। ਤੇ ਜਥੇਦਾਰ ਜਿਹੜਾ ਉਹ ਸਰਬ ਸਾਂਝਾ ਹੁੰਦਾ ਹੈ ਜੀ। ਜਥੇਦਾਰ ਕਿਸੇ ਇੱਕ ਮਿਸਲ ਦਾ ਜਾਂ ਕਿਸੇ ਇੱਕ ਜਥੇਬੰਦੀ ਦਾ ਨਹੀਂ ਹੁੰਦਾ, ਉਹ ਸਾਂਝਾ ਹੁੰਦਾ ਸੀ। ਇੱਥੋਂ ਤੱਕ ਕਿ ਜਥੇਦਾਰ ਦੀ ਇੰਨੀ ਵੱਡੀ ਹੈਸੀਅਤ ਹੁੰਦੀ ਸੀ ਜਦੋਂ 1800 ਤੇ ਆਪਣੇ 2 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸ਼੍ਰੀ ਅੰਮ੍ਰਿਤਸਰ ਨੂੰ ਖਾਲਸਾ ਰਾਜ ਚ ਮਿਲਾਉਣਾ ਚਾਹੁੰਦੇ ਜੀ। ਉੱਥੇ ਭੰਗੀ ਮਿਸਲ ਦਾ ਕਬਜ਼ਾ ਹੈ। ਭੰਗੀ ਮਿਸਲ ਵੀ ਬੜੀ ਤਗੜੀ ਸੀ, ਪਰ ਇੱਥੇ ਸਿੱਖਾਂ ਦੀ ਆਪਸ ਦੇ ਵਿੱਚ ਹੀ ਗਹਿ ਗੱਚ ਫਿਰ ਲੜਾਈ ਹੋਣੀ। ਉਸ ਵੇਲੇ ਜਥੇਦਾਰ ਦੀ ਇੰਨੀ ਵੱਡੀ ਹੈਸੀਅਤ ਸੀ ਕਿ ਉਹ ਭੰਗੀ ਮਿਸਲ ਤੇ ਮਹਾਰਾਜਾ ਰਣਜੀਤ ਸਿੰਘ ਹੋਣਾ ਨੂੰ ਇਕੱਠੇ ਭਾਲ ਵੀ ਦਿੰਦੇ ਆ ਤੇ ਇਕੱਠੇ ਭਾਲ ਕੇ ਉਹ ਲੜਾਈ ਵੀ ਨਹੀਂ ਹੁੰਦੀ ਤੇ ਸੰਧੀ ਦੇ ਤਹਿਤ ਉਹ ਜਿਹੜਾ ਸਿੱਖ ਰਾਜ ਦੇ ਵਿੱਚ ਸ਼ਾਮਲ ਹੋ ਜਾਂਦਾ। ਮਤਲਬ ਇਹ ਜਥੇਦਾਰ ਦੀ ਹੈਸੀਅਤ ਆ ਨਾ ਉਸ ਵੇਲੇ ਦੀ ਵੀ ਉਹ ਮਹਾਰਾਜਾ ਰਣਜੀਤ ਸਿੰਘ ਤੇ ਦੂਜੀਆਂ ਮਿਸਲਾਂ ਦੇ ਵਿੱਚ ਸਮਝੌਤਾ ਵੀ ਕਰਵਾ ਦਿੰਦਾ। ਬਿਲਕੁਲ, ਯਾਨੀ ਕਿ ਮਤਲਬ ਉਹਨਾਂ ਦਾ ਕਹਿ ਸਕਦੇ ਆ ਕਿ ਜਥੇਦਾਰ ਦਾ ਉਸ ਵੇਲੇ ਹਕੀਕਤ ਦੇ ਵਿੱਚ ਜਿਹੜੀ ਪੰਥਕ ਸਿਆਸਤ ਸੀ ਉਹਦੇ ਉੱਤੇ ਦਾਬਾ ਸੀ, ਉਹ ਗੱਲ ਮੰਨਦੇ ਸੀਗੇ। ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਲੈ ਲਈਏ ਉਸ ਇਤਿਹਾਸ ਦਾ ਜ਼ਿਕਰ ਕਰੀਏ ਤਾਂ ਉਹਨਾਂ ਨੇ ਵੀ ਖੁਦ ਜਿਹੜੀ ਸਜ਼ਾ ਲਵਾਈ ਸੀ। ਤੇ ਅੱਜ ਫਿਰ ਕੀ ਇਹੋ ਜਿਹੇ ਹਾਲਾਤ ਭਾਈ ਸਾਹਿਬ ਬਣ ਗਏ ਨੇ? ਆਪਾਂ ਸਾਰੇ ਸਿੱਖ ਨੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਦਰ ਸਤਿਕਾਰ ਕਰਦੇ ਨੇ, ਪਰ ਜਿਹੜੀ ਉੱਥੇ ਹਸਤੀ ਬਿਠਾਈ ਹੁੰਦੀ ਹੈ ਉਹਦੀ ਸਮੁੱਚੇ ਰੂਪ ਦੇ ਵਿੱਚ ਉਹ ਸਤਿਕਾਰ ਹੈ ਜਿਹੜਾ ਉਹ ਨਹੀਂ ਹੋ ਪਾਉਂਦਾ ਜਿਹੜਾ ਕਿ ਹੋਣਾ ਚਾਹੀਦਾ। ਕੀ ਕਾਰਨ ਤੁਸੀਂ ਸਮਝਦੇ ਹੋ? ਕਦੋਂ ਤੋਂ ਇਹ ਸਭ ਹੋਣਾ ਸ਼ੁਰੂ ਹੋ ਗਿਆ? ਦੇਖੋ ਜੀ, ਵੈਸੇ ਤੇ ਹਰ ਸਿੱਖ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੀ ਅਦਬ ਸਤਿਕਾਰ ਕਾਇਮ ਰੱਖਣਾ ਚਾਹੀਦਾ ਜੀ। ਤੇ ਜਿਹੜਾ ਕੋਈ ਉੱਥੇ ਦਾ ਜਥੇਦਾਰ ਸਾਹਿਬ ਆ, ਜਥੇਦਾਰ ਸਾਹਿਬ ਨੂੰ ਵੀ ਇਹ ਧਿਆਨ ਦੇਣਾ ਚਾਹੀਦਾ ਕਿ ਮੈਂ ਆਪਣਾ ਜਿਹੜਾ ਕਿਰਦਾਰ ਆ ਉਹ ਇੰਨਾ ਪਾਕ ਤੇ ਸਾਫ਼ ਰੱਖਣਾ ਵੀ ਕੋਈ ਮੇਰੇ ਤੇ ਉਂਗਲ ਨਾ ਚੁੱਕ ਸਕੇ। ਪਰ ਜਦੋਂ ਕੋਈ ਆਖੇ ਵੀ ਮੈਂ ਇੱਕ ਰਾਜਨੀਤਿਕ ਧਿਰ ਦੇ ਥੱਲੇ ਲੱਗ ਕੇ ਚੱਲਣਾ ਜਾਂ ਉਹਨਾਂ ਦੇ ਹੀ ਹੁਕਮ ਦੀ ਮੈਂ ਜਿਹੜਾ ਹੁਕਮ ਮੰਨਣਾ ਵਾ, ਦੂਜਿਆਂ ਦੇ ਹੁਕਮ ਨੂੰ ਵੇਖਣਾ ਵੀ ਨਹੀਂ ਹੈਗਾ। ਹੁਕਮ ਨਹੀਂ, ਚਲੋ ਜਥੇਦਾਰ ਨੇ ਤਾਂ ਹੁਕਮ ਕਰਨਾ ਹੁੰਦਾ, ਪਰ ਜਦੋਂ ਜਥੇਦਾਰ ਜਿਹੜਾ ਵਾ ਉਹ ਜਥੇਦਾਰ ਬਣਨ ਦੀ ਬਜਾਏ ਖੁਦ ਕਿਸੇ ਦੇ ਮਤਹਿਤ ਹੋ ਕੇ ਆਪਣੇ ਆਪ ਨੂੰ ਦੱਸੇ ਵੀ ਮੈਂ ਹੈਗਾ ਵਾਂ ਜਾਂ ਉਹਦੇ ਕਰਮ ਇਦਾਂ ਦੇ ਹੋਣ, ਤਾਂ ਫਿਰ ਜਥੇਦਾਰ ਸਾਹਿਬ ਦਾ ਜਿਹੜਾ ਸਤਿਕਾਰ ਆ ਉਹ ਕਿੱਥੋਂ ਹੋਣਾ? ਆਪਾਂ ਸਭ ਜਾਣਦੇ ਨਹੀਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਆ ਨਾ ਉਹ ਭਾਵੇਂ ਅੱਜ ਵੀ ਨਿਕਲਦੇ ਆ, ਸਿੱਖਾਂ ਦੇ ਮਨਾਂ ਦੇ ਵਿੱਚ ਅਦਬ ਤੇ ਸਤਿਕਾਰ ਉਨਾ ਹੀ ਆ। ਜਦੋਂ ਨਕਲੀ ਨਿਰੰਕਾਰੀਆਂ ਦੇ ਖਿਲਾਫ 1978 ਦੇ ਵਿੱਚ ਹੁਕਮਨਾਮਾ ਨਿਕਲਦਾ
ਤੇ ਸਿੱਖਾਂ ਨੇ ਆਪਣੀਆਂ ਰਿਸ਼ਤੇਦਾਰੀਆਂ ਤੱਕ ਛੱਡਤੀਆਂ ਜੀ ਤੇ ਕਈ ਜਿਹੜੇ ਉਹ ਨਕਲੀ ਨਿਰੰਕਾਰੀਆਂ ਤੋਂ ਇਧਰ ਆ ਗਏ ਸੀ। ਫੇਰ ਜਦੋਂ ਇਹਦੇ ਖਿਲਾਫ ਨਿਕਲਿਆ ਵਾ ਸੌਦਾ ਸਾਧ ਦੇ ਔਰ ਸਿੱਖਾਂ ਨੇ ਉਸੇ ਵੇਲੇ ਉਹਨੂੰ ਪ੍ਰਵਾਨ ਕੀਤਾ ਸੀ। ਮਤਲਬ ਕਈਆਂ ਨੇ ਤੇ ਆਪਣੀਆਂ ਬਹੁਤ ਨੇੜਲੀਆਂ ਰਿਸ਼ਤੇਦਾਰੀਆਂ ਨੂੰ ਵੀ ਤਿਲਾਂਜਲੀ ਦੇ ਦਿੱਤੀ। ਸਿੱਖਾਂ ਦੇ ਦਿਲਾਂ ਦੇ ਵਿੱਚ ਮਨ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਸਾਹਿਬ ਤੋਂ ਜਿਹੜੇ ਜਾਰੀ ਹੁੰਦੇ ਆਦੇਸ਼ ਤੇ ਹੁਕਮਨਾਮੇ ਆ ਉਹਨੂੰ ਬਹੁਤ ਜ਼ਿਆਦਾ ਵਸਾਇਆ ਵੀ ਆ, ਉਹਦਾ ਆਦਰ ਵੀ ਕੀਤਾ, ਮਾਣ ਵੀ ਕੀਤਾ। ਪਰ ਜਿਹੜਾ ਪਿਛਲੇ ਕੁਝ ਸਮੇਂ ਤੋਂ ਇੱਕ ਪਰਿਵਾਰ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ SGPC ਜਾਂ ਜਿਹੜੀਆਂ ਸਾਡੀਆਂ ਪੰਥਕ ਸੰਸਥਾਵਾਂ ਵਾ ਉਹਨਾਂ ਨੂੰ ਆਪਣੇ ਗੁਲਾਮ ਬਣਾ ਕੇ ਤੇ ਉਹਨਾਂ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਸ਼ਰਧਾਵਾਨ ਸਿੱਖ ਆ ਉਹਨਾਂ ਨੂੰ ਠੇਸ ਜ਼ਰੂਰ ਪਹੁੰਚੀ ਆ। ਬਿਲਕੁਲ। ਸੋ ਭਾਈ ਸਾਹਿਬ ਇੱਥੇ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋ ਜਾਂਦੀ ਹੈ ਗੁਰੂ ਸਾਹਿਬ ਦੇ ਵੇਲੇ, 6ਵੇਂ ਗੁਰੂ ਸਾਹਿਬ ਦੇ ਵੇਲੇ SGPC ਆ ਕੇ ਬਣਦੀ ਹੈ 1920-25 ਦੇ ਵਿੱਚ। ਇਹ ਸਾਰਾ ਜਿਹੜਾ ਪ੍ਰਬੰਧ ਹੈ ਉਹ ਸਿਰਜਿਆ ਜਾਂਦਾ ਹੈ ਤੇ ਫਿਰ ਵੀ ਉਹ ਜਿਹੜੇ ਸਿਆਸੀ ਪਰਿਵਾਰ ਦੀ ਸਿਆਸੀ ਧਿਰ ਦੀ ਤੁਸੀਂ ਗੱਲ ਕਰਦੇ ਹੋ ਵਾਇਆ SGPC ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਕਿਵੇਂ ਹੋ ਜਾਂਦੇ ਨੇ? ਅਕਾਲ ਤਖਤ ਸਾਹਿਬ SGPC ਦੇ ਅਧੀਨ ਕਿਵੇਂ ਹੋ ਜਾਂਦਾ ਹੈ? ਦੇਖੋ ਜੀ, ਇਹ ਬਦਕਿਸਮਤੀ ਸਾਡੀ ਸ਼ੁਰੂ ਹੁੰਦੀ 1947 ਤੋਂ ਬਾਅਦ ਜੀ। ਇਹ ਠੀਕ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਣਦਾ ਜਾਂ SGPC ਬਣਦੀ ਆ, ਸਿੱਖ ਬਜ਼ੁਰਗਾਂ ਨੇ ਆਪਣਾ ਖੂਨ ਡੋਲ ਕੇ ਬਣਾਇਆ। ਇਹ ਦੋਵੇਂ ਕੌਮ ਦੀਆਂ ਬਹੁਤ ਮਾਣਮੱਤੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ। ਅਕਾਲੀ ਦਲ ਤੇ ਬਣਦਾ ਵਾ SGPC ਦੇ ਜਿਹੜੇ ਕੰਮ ਵਾ ਇਹਨਾਂ ਨੂੰ ਹੋਰ ਤਾਕਤ ਦੇਣ ਦੇ ਵਾਸਤੇ ਤੇ ਸਿਆਸੀ ਤੌਰ ਤੇ ਸਿੱਖਾਂ ਦੀਆਂ ਜਿਹੜੀਆਂ ਉਮੰਗਾਂ ਵਾ ਉਹਨੂੰ ਪੂਰਾ ਕਰਨ ਦੇ ਵਾਸਤੇ। ਪਰ 1947 ਤੋਂ ਬਾਅਦ ਸਾਡੀ ਬਦਕਿਸਮਤੀ ਲਿਖੀ ਜਾਂਦੀ ਆ ਜਦੋਂ ਅਸੀਂ ਇੱਕ ਵੱਖਰੀ ਹੈਸੀਅਤ ਰੱਖਣ ਦੇ ਬਾਵਜੂਦ ਆਪਣੇ ਆਪ ਨੂੰ ਦਿੱਲੀ ਦੇ ਨਾਲ ਜੋੜ ਲੈਂਦੇ ਆ ਤੇ ਦਿੱਲੀ ਦੇ ਨਾਲ ਜੋੜ ਕੇ ਦਿੱਲੀ ਹਮੇਸ਼ਾ ਹੀ ਇਹ ਕੋਸ਼ਿਸ਼ ਕਰਦੀ ਆ ਇੱਕ ਤੇ ਸਿੱਖ ਸੰਸਥਾਵਾਂ ਕਮਜ਼ੋਰ ਹੋਣ, ਦੂਜਾ ਸਿੱਖ ਸੰਸਥਾਵਾਂ ਦੇ ਵਿੱਚ ਸਾਡੀ ਜਿਹੜੀ ਦਖਲਅੰਦਾਜ਼ੀ ਆ ਉਹ ਸਿੱਧੀ ਅਸਿੱਧੀ ਹੁੰਦੀ ਰਵੇ। ਔਰ ਉਹਦੇ ਤੋਂ ਬਾਅਦ ਅਕਾਲੀ ਦਲ ਦੇ ਉੱਤੇ ਜਦੋਂ ਧਰਮ ਯੁੱਧ ਮੋਰਚੇ ਤੋਂ ਬਾਅਦ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ, ਸੰਤਾਂ ਦੀ ਸ਼ਹਾਦਤ ਤੋਂ ਬਾਅਦ ਲੰਮਾ ਸਮਾਂ ਸੰਘਰਸ਼ ਵੀ ਸਿੱਖਾਂ ਨੇ ਕੀਤਾ ਤਾਂ ਦਿੱਲੀ ਜਿਹੜੀ ਉਹਨੇ ਵੇਖ ਲਿਆ ਵੀ ਸਿੱਖ ਜਿਹੜੇ ਆ ਜੇ ਤੇ ਆਪਣੇ ਅਸਲ ਰੰਗ ਦੇ ਵਿੱਚ ਰਹਿਣਗੇ ਤੇ ਇਹਨਾਂ ਨੂੰ ਦੱਬਿਆ ਨਹੀਂ ਜਾ ਸਕਦਾ। ਇਹ ਆਪਣੀ ਜਿਹੜੀ ਉਹ ਮੰਗ ਆ ਇਹਨੂੰ ਇਸੇ ਤਰ੍ਹਾਂ ਪ੍ਰਗਟ ਕਰਦੇ ਰਹਿਣਗੇ। ਫਿਰ ਉਹਨਾਂ ਨੇ ਇਹ ਜਿਹੜਾ ਇੱਕ ਪਰਿਵਾਰ ਆ ਇਹਨੂੰ ਪੂਰੀਆਂ ਤਾਕਤਾਂ ਦਿੱਤੀਆਂ, ਇਹ ਪਰਿਵਾਰ ਦੀ ਰਹਿਨਮਾਈ ਕੀਤੀ ਤੇ ਇਹ ਪਰਿਵਾਰ ਨੇ ਸਮੁੱਚੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਸੁਭਾਵਿਕ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਤੇ ਇਹਨਾਂ ਦਾ ਹੋ ਹੀ ਜਾਣਾ ਹੈ। ਪਰ ਉਹਦੇ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਆ ਉਹ ਸਿਰਫ ਇਹਨਾਂ ਦੇ ਹੁਕਮਾਂ ਦੇ ਤਹਿਤ ਲਗਾਇਆ ਜਾਣ ਲੱਗਾ। ਔਰ ਵੱਡੀ ਗੱਲ ਇਹ ਵੇਖੋ ਵੀ ਜਦੋਂ ਬਰਗਾੜੀ ਦੇ ਵਿੱਚ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਤੋਂ ਬਾਅਦ ਸਿੱਖ ਬਹਿੰਦੇ ਆ ਤੇ ਸਿੱਖ ਸ਼ਾਂਤਮਈ ਬੈਠੇ ਤੇ ਉਹਨਾਂ ਤੇ ਗੋਲੀ ਚੱਲਦੀ, 2 ਸਿੱਖ ਸ਼ਹੀਦ ਵੀ ਹੁੰਦੇ ਆ। ਪਰ ਇਹਦਾ ਮੁੱਢ ਕਿੱਥੋਂ ਵੱਜਦਾ ਨਾ, ਜਦੋਂ ਸਤੰਬਰ 2015 ਦੇ ਵਿੱਚ ਬਿਨਾਂ ਮੰਗਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਦੋਂ ਗੁਰਬਚਨ ਸਿੰਘ ਹੀ ਤੇ ਇਹ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਹਨੂੰ ਬਿਨਾਂ ਮੰਗਿਆ ਹੀ ਮਾਫੀ ਦੇ ਦਿੰਦੇ। ਔਰ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਔਰ ਇਹ ਅਕਾਲ ਤਖਤ ਸਾਹਿਬ ਨੂੰ ਬੜੇ ਨੀਵਾਂ ਦਿਖਾਉਣ ਵਾਲਾ ਕਦਮ ਵੀ ਹੈਗਾ ਹੈ। ਭਾਵੇਂ ਕਿ ਬਾਅਦ ਵਿੱਚ ਜਦੋਂ ਕੌਮ ਨੇ ਵਿਰੋਧ ਕੀਤਾ ਤੇ ਇਹਨਾਂ ਨੂੰ ਹੁਕਮਨਾਮਾ ਵਾਪਸ ਵੀ ਲੈਣਾ ਪੈ ਗਿਆ। ਇਹ ਕੌਮ ਦਾ ਇੱਕ ਰੋਹ ਹੀ, ਪਰ ਇਹਨੇ ਇੰਤਹਾ ਹੀ ਕਰਤੀ ਵੀ ਕੋਈ ਇੱਕ ਪਰਿਵਾਰ ਜਿਹੜਾ ਵਾ ਆਪਣੀ ਸਿਆਸੀ ਤਾਕਤ ਵਧਾਉਣ ਦੇ ਲਈ ਵੀ ਮੈਨੂੰ ਸੌਦਾ ਸਾਧ ਦੀਆਂ ਵੋਟਾਂ ਮਿਲ ਜਾਣ 4, ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਆਡਾ ਲੈ ਰਿਹਾ, ਪੰਗਾ ਲੈ ਰਿਹਾ। ਬਿਲਕੁਲ। ਸੋ ਭਾਈ ਸਾਹਿਬ ਇਹ ਜਿਹੜੀਆਂ ਕਾਰਵਾਈਆਂ ਹੋਈਆਂ ਨੇ ਸਮੇਂ-ਸਮੇਂ ਤੇ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਮਾਣ ਸਤਿਕਾਰ ਹੈ, ਗਰਿਮਾ ਹੈ, ਉਹਨੂੰ ਵੀ ਕਿਤੇ ਨਾ ਕਿਤੇ ਕਮਜ਼ੋਰ ਕੀਤਾ ਹੈ। ਨਹੀਂ, ਉਹ ਤੇ ਦੇਖੋ ਜੀ ਕਮਜ਼ੋਰ ਤੇ ਕੀਤਾ ਹੀ ਆ ਨਾ। ਮੰਨ ਲਓ ਵੀ ਹਰਿਆਣੇ ਵਾਲਿਆਂ ਦੀ ਕਮੇਟੀ ਅਲੱਗ ਬਣ ਗਈ, ਭਾਵੇਂ ਕਿ ਮੇਰੀ ਨਿੱਜੀ ਸੋਚ ਇਹ ਆ ਵੀ ਜਿਹੜੀ SGPC ਆ ਇਹਦੇ ਕੋਲ ਹੀ ਸਾਰਾ ਆਲ ਇੰਡੀਆ ਗੁਰਦੁਆਰਾ ਐਕਟ ਦੇ ਰਾਹੀਂ ਪ੍ਰਬੰਧ ਹੋਣਾ ਚਾਹੀਦਾ। ਸਿੱਖ ਜਿਹੜੇ ਆ ਉਹ ਖੇਰੂ ਨਹੀਂ ਹੋਣੇ ਚਾਹੀਦੇ। ਪਰ ਇਹ ਇੱਕ ਵੱਖਰੀ ਗੱਲ ਹੈ ਵੀ ਹਰਿਆਣੇ 'ਚ ਕਮੇਟੀ ਬਣ ਗਈ ਤੇ ਜਥੇਦਾਰ ਸਾਹਿਬ ਜਿਹੜੇ ਆ ਉਹ ਨਲਵੀ ਨੂੰ ਤੇ ਝਿੰਡਾ ਸਾਹਿਬ ਨੂੰ ਉੱਥੋਂ ਛੇਕ ਦਿੰਦੇ ਆ। ਇਹ ਕੋਈ ਛੇਕਣ ਵਾਲਾ ਕੰਮ ਤੇ ਹੈ ਨਹੀਂ ਨਾ। ਮਤਲਬ ਉਹਨਾਂ ਨੂੰ ਉੱਥੇ ਤਲਬ ਕੀਤਾ ਜਾ ਸਕਦਾ ਸੀ, ਉਹਨਾਂ ਨੂੰ ਗੁਰਮਤ ਦੀ ਰੋਸ਼ਨੀ ਸਮਝਾਇਆ ਜਾ ਸਕਦਾ ਸੀ ਵੀ ਦੇਖੋ ਭਾਈ ਕੌਮ ਦੀ ਜਿਹੜੀ ਤਾਕਤ ਵਾ ਉਹ ਖੇਰੂ ਹੁੰਦੀ ਆ। ਪਰ ਇੱਕ ਸਿਆਸੀ ਪਰਿਵਾਰ ਨੂੰ ਤਾਕਤ ਦੇਣ ਦੇ ਲਈ
ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਪਰ ਇਹਦਾ ਹਸ਼ਰ ਵੀ ਤੁਸੀਂ ਹੁਣ ਵੇਖੋ ਨਾ ਵੀ ਕੀ ਹੋ ਰਿਹਾ। ਬਿਲਕੁਲ, ਜਿਹੜਾ ਵੀ ਬੰਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੀ ਹੇਠੀ ਕਰਨ ਦੀ ਕੋਸ਼ਿਸ਼ ਕਰੂਗਾ ਜੀ, ਸ਼੍ਰੀ ਅਕਾਲ ਤਖਤ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਆ, ਤੇ ਜਿਹੜਾ ਉਸ ਤਖਤ ਦਾ ਹੁਕਮ ਮੰਨਣ ਦੀ ਬਜਾਏ ਉਹਦੇ ਉੱਤੇ ਆਪਣਾ ਹੁਕਮ ਲਾਗੂ ਕਰਨ ਦੀ ਗੱਲ ਕਰੂਗਾ, ਤੇ ਉਹਦਾ ਹਸ਼ਰ ਹੁਣ ਰਾਜਨੀਤਿਕ ਤੌਰ ਤੇ ਵੀ ਤੁਸੀਂ ਵੇਖੋ ਨਾ। ਬਿਲਕੁਲ ਬਿਲਕੁਲ, ਕੁਦਰਤ ਆਪਣੇ ਆਪ ਪਹਿਲਾਂ ਤੇ ਆਏ ਇਹ 15 ਤੇ, ਹਾਂਜੀ 15 ਤੋਂ ਬਾਅਦ 3 ਤੇ 3 ਤੋਂ ਬਾਅਦ 18% ਹੀ ਵੋਟ ਪ੍ਰਤੀਸ਼ਤ ਬਾਦਲ ਪਰਿਵਾਰ ਦੀ, ਤੇ ਹੁਣ ਇਹ ਸੰਗਰੂਰ ਦੇ ਵਿੱਚ 6% ਰਹਿ ਗਈ। ਔਰ 6% ਵੀ ਉਹ ਵਾ ਜਿਨ੍ਹਾਂ ਨੇ ਹੋ ਸਕਦਾ ਵੀ ਬੰਦੀ ਸਿੰਘਾਂ ਕਰਕੇ ਇਹਨਾਂ ਨੂੰ 4 ਵੋਟਾਂ ਪਾਤੀਆਂ। ਵੈਸੇ ਜਿਹੜਾ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਹਮੇਸ਼ਾ ਤੋਂ ਕੋਸ਼ਿਸ਼ ਕੀਤੀ ਹੋਈ ਸੀ ਨਾ, ਉਹਦਾ ਇਹਨਾਂ ਨੂੰ ਨਤੀਜਾ ਭੁਗਤਣਾ ਪੈ ਰਿਹਾ। ਕੋਈ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਆਡਾ ਲਾ ਕੇ ਆਪਣੇ ਆਪ ਨੂੰ ਮਹਿਫੂਜ਼ ਨਹੀਂ ਰੱਖ ਸਕਦਾ, ਨਾ ਸਿਆਸੀ ਤੌਰ ਤੇ ਨਾ ਪਰਿਵਾਰਕ ਤੌਰ ਤੇ। ਬਿਲਕੁਲ, ਤਾਂ ਆਪਾਂ ਕਹਿ ਸਕਦੇ ਹਾਂ ਨੀਵਾਂ ਦਿਖਾਉਣ ਦੀ ਜਾਂ ਫਿਰ ਵਰਤਣ ਦੀ ਇਹਨਾਂ ਨੇ ਆਪਣੇ ਨਿੱਜੀ ਮੁਫਾਦਾਂ ਦੇ ਲਈ ਵਰਤਿਆ। ਸੋ ਭਾਈ ਸਾਹਿਬ, ਆਮ ਤੌਰ ਤੇ ਆਪਾਂ ਜਾਣਦੇ ਹਾਂ ਕਿ ਉਸ ਚੀਜ਼ ਤੇ ਹਮਲਾ ਕੀਤਾ ਜਾਂਦਾ ਹੈ, ਉਸ ਚੀਜ਼ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀ ਤਾਕਤਵਰ ਹੁੰਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੇ ਸਮੇਂ ਦੀਆਂ ਹਕੂਮਤਾਂ ਦੇ ਵੱਲੋਂ ਕਿੰਨੀ ਵਾਰੀ ਹਮਲੇ ਕੀਤੇ ਗਏ ਨੇ, ਤੇ ਉਹ ਹਮਲੇ ਦੇ ਪਿੱਛੇ ਕੀ ਕਾਰਨ ਹੈ, ਕੀ ਐਸਾ ਖੌਫ ਹੈ ਦਿੱਲੀ ਦੀ ਹਕੂਮਤ ਨੂੰ ਇਸ ਤਖਤ ਤੋਂ? ਦੇਖੋ ਜੀ, ਹਮਲੇ ਤੇ ਬਹੁਤ ਵਾਰੀ ਕੀਤੇ ਗਏ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਲੰਮਾ ਸਮਾਂ ਸਿੱਖ ਜੰਗਲਾ ਯੁੱਧਾਂ ਦੇ ਵਿੱਚ ਰਹਿੰਦੇ ਆ ਜੀ, ਤੇ ਉਹਦੇ ਤੋਂ ਬਾਅਦ ਜਿਹੜੀ ਹਕੂਮਤ ਆ ਉਹ ਕਈ ਵਾਰੀ ਤੇ ਇਦਾਂ ਵੀ ਕਰਦੀ ਆ ਵੀ ਦਰਬਾਰ ਸਾਹਿਬ ਦਾ ਸਰੋਵਰ ਵੀ ਜਿਹੜਾ ਉਹ ਪੂਰ ਕੇ ਤੇ ਉਹਦੇ ਵਿੱਚ ਸ਼ਹਿਰ ਦੀ ਗੰਦਗੀ ਲਿਆ ਕੇ ਵੀ ਸੁੱਟ ਦਿੰਦੀ ਆ। ਪਰ ਇਹ ਵੀ ਇੱਕ ਸੱਚ ਆ ਵੀ ਉਸ ਤੋਂ ਬਾਅਦ ਕੌਮ ਜਿਹੜੀ ਉਹਦਾ ਬਦਲਾ ਵੀ ਲੈਂਦੀ ਰਹੀ ਤੇ ਪਾਪੀ ਨੂੰ ਉਹਦੇ ਕੀਤੇ ਪਾਪਾਂ ਦੀ ਸਜ਼ਾ ਵੀ ਦਿੰਦੀ ਰਹੀ। ਭਾਵੇਂ ਅਹਿਮਦ ਸ਼ਾਹ ਅਬਦਾਲੀ ਆ, ਭਾਵੇਂ ਇਹ ਮੁਗਲਗਿਆ ਸਲਤਨਤ ਆ, ਭਾਵੇਂ ਕੋਈ ਹੋਰ ਆ, ਇਹਨਾਂ ਨੇ ਵਾਰ-ਵਾਰ ਅਕਾਲ ਤਖਤ ਸਾਹਿਬ ਨੂੰ ਟਾਰਗੇਟ ਕੀਤਾ, ਪਰ ਸਿੱਖ ਫੇਰ ਉਹਨੂੰ ਬਣਾ ਦਿੰਦੇ ਰਹੇ। ਹੁਣ 1984 ਦੇ ਵਿੱਚ ਤੁਸੀਂ ਵੇਖੋ ਵੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਤਾ ਇਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ। ਜੀ, ਉਹਦੇ ਤੋਂ ਬਾਅਦ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਢੱਠਾ ਅਕਾਲ ਤਖਤ ਸਾਹਿਬ ਸਿੱਖਾਂ ਦੇ ਮਨ ਦੇ ਵਿੱਚ ਰੋਸ ਪੈਦਾ ਕਰ ਰਿਹਾ, ਇਹਨੂੰ ਛੇਤੀ ਬਣਾਇਆ ਜਾਵੇ। ਜੀ, ਜਿਹੜਾ ਗ੍ਰਹਿ ਮੰਤਰੀ ਸੀ ਬੂਟਾ ਸਿੰਘ ਦੀ ਚੇਚੀ ਜ਼ਿੰਮੇਵਾਰੀ ਲੱਗੀ ਸੀ ਵੀ ਤੁਸੀਂ ਸਿੱਖ ਸੰਸਥਾਵਾਂ ਦੇ ਕੋਲ ਜਾਂ ਜਿਹੜੇ ਮਹਾਂਪੁਰਸ਼ ਹੈਗੇ ਉਹਨਾਂ ਦੇ ਕੋਲ ਜਾਓ। ਤੇ ਮੈਂ ਤੁਹਾਡੇ ਨੂੰ ਦੱਸ ਦਵਾਂ ਵੀ ਇੱਕ ਆਪਣੇ ਬਾਬਾ ਖੜਕ ਸਿੰਘ ਹੋਏ ਆ, ਬੜੇ ਮਹਾਂਪੁਰਸ਼ ਰੱਬ ਦੇ ਪਿਆਰੇ ਕਾਰਸੇ ਵਾਲੇ ਜੀ, ਉਹਨਾਂ ਦੇ ਕੋਲ ਵੀ ਗ੍ਰਹਿ ਮੰਤਰੀ ਬੂਟਾ ਸਿੰਘ ਜਾਂਦਾ ਜੀ, ਤੇ ਕਹਿੰਦਾ ਜੀ ਤੁਸੀਂ ਅਕਾਲ ਤਖਤ ਸਾਹਿਬ ਸਰਕਾਰ ਚਾਹੁੰਦੀ ਵੀ ਤੁਸੀਂ ਇਹਦੀ ਸੇਵਾ ਕਰ ਦਿਓ। ਉਹਨਾਂ ਨੇ ਕਿਹਾ ਜੀ ਮੈਂ ਕੌਣ ਹੁੰਨਾ, ਸੇਵਾ ਕਰੂਗਾ ਗੁਰੂ ਪੰਥ ਆਪਣੇ ਹੱਥੀਂ ਇਹਨੂੰ ਬਣਾਊਗਾ। ਉਹਨੇ ਕਿਹਾ ਜੀ ਜੇ ਤੁਸੀਂ ਮੇਰੀ ਨਹੀਂ ਮੰਨੋਗੇ ਤੇ ਤੁਸੀਂ ਜਾਣਦੇ ਹੀ ਹੋ। ਤੇ ਉਹਨਾਂ ਨੇ ਆਖਿਆ ਵੀ ਜੋ ਤੁਸੀਂ ਕਰਨਾ ਕਰ ਲਓ, ਮੈਂ ਪੰਥ ਦੇ ਉਲਟ ਨਹੀਂ ਚੱਲ ਸਕਦਾ। ਫਿਰ ਬਾਬਾ ਹਰਬੰਸ ਸਿੰਘ ਜਿਹੜੇ ਦਿੱਲੀ ਵਾਲੇ ਕਾਰਸੇ ਵਾਲੇ ਆ, ਇਹਨਾਂ ਦੇ ਕੋਲ ਵੀ ਗ੍ਰਹਿ ਮੰਤਰੀ ਬੂਟਾ ਸਿੰਘ ਜਾਂਦਾ ਵੀ ਤੁਸੀਂ ਸਾਡੇ ਕਹਿਣ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਕਬੂਲ ਕਰ ਲਓ। ਉਹਨਾਂ ਨੇ ਆਖਿਆ ਬਿਲਕੁਲ ਨਹੀਂ, ਤੇ ਉਹਨਾਂ ਨੂੰ ਵੀ ਇਹਨਾਂ ਨੇ ਥ੍ਰੈਟ ਕੀਤਾ, ਧਮਕੀ ਦਿੱਤੀ ਸੀ ਉਸ ਵੇਲੇ ਦੀ ਸਰਕਾਰ ਨੇ ਕਿ ਫਿਰ ਤੁਹਾਨੂੰ ਉਹਦਾ ਖਮਿਆਜਾ ਭੁਗਤਣਾ ਪਊਗਾ। ਬਾਅਦ ਵਿੱਚ ਉਹਨਾਂ ਦੇ ਕੁਝ ਸੇਵਾਦਾਰਾਂ ਨੂੰ ਇਹਦਾ ਖਮਿਆਜਾ ਭੁਗਤਣਾ ਵੀ ਪਿਆ, ਖੁਦ ਬਾਬਾ ਜੀ ਨੂੰ ਭੁਗਤਣਾ ਪਿਆ। ਪਰ ਇਹ ਉਹ ਮਹਾਂਪੁਰਸ਼ ਸੀ ਜਿਹੜੇ ਪੰਥ ਦੀਆਂ ਭਾਵਨਾਵਾਂ ਦੇ ਉਲਟ ਨਹੀਂ ਗਏ, ਕਿਉਂਕਿ ਉਹਨਾਂ ਦੇ ਮਨ 'ਚ ਸ਼੍ਰੀ ਅਕਾਲ ਤਖਤ ਸਾਹਿਬ ਵਸਿਆ ਹੋਇਆ। ਉਸ ਵੇਲੇ ਜਿਹੜੇ ਬੁੱਢਾ ਦਲ ਦੇ ਮੁਖੀ ਬਾਬਾ ਸੰਤਾ ਸਿੰਘ ਹੋਣੀ, ਉਹ ਸਰਕਾਰ ਦੀ ਗੱਲ ਮੰਨ ਕੇ ਤੇ ਉਹ ਫੈਸਲਾ ਪ੍ਰਵਾਨ ਕਰ ਲੈਂਦੇ ਆ, ਸੇਵਾ ਕਰਵਾ ਵੀ ਦਿੰਦੇ ਆ। ਪਰ ਇਹਨੂੰ ਪ੍ਰਵਾਨ ਹੀ ਨਹੀਂ ਕੀਤਾ ਕੌਮ ਨੇ। 1986 ਦੇ ਵਿੱਚ 1984 ਦੇ ਵਿੱਚ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਢੱਠਾ ਵਾ ਤੇ ਸਰਕਾਰੀ ਸ਼ਹਿ ਦੇ ਉੱਤੇ ਬਾਬਾ ਸੰਤਾ ਸਿੰਘ ਹੁਣਾਂ ਨੇ ਬਣਾਇਆ ਵਾ, ਉਹਨੂੰ 1986 ਦੇ ਵਿੱਚ ਪੰਥ ਨੇ ਆਪਣਾ ਪੂਰਾ ਗੁਰਮਤਾ ਕਰਕੇ ਉਹ ਸਰਕਾਰ ਵੱਲੋਂ ਬਣਾਏ ਹੋਏ ਬਿਲਡਿੰਗ ਨੂੰ ਢਾਹ ਕੇ ਫਿਰ ਆਪਣੇ ਹੱਥੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਦੇ ਆ। ਔਰ ਉੱਥੇ ਬੜੀ ਵੱਡੀ ਗੱਲ ਆ, ਜਦੋਂ ਅਕਾਲ ਤਖਤ ਸਾਹਿਬ ਦੀ ਉਸਾਰੀ ਸ਼ੁਰੂ ਹੁੰਦੀ ਆ ਤੇ ਉਹ ਪੁਰਾਤਨ ਥੜਾ ਸਾਹਿਬ ਨਿਕਲ ਆਇਆ ਹੈ। ਅੱਛਾ, ਜਿਹੜਾ ਕਹਿੰਦੇ ਵੀ ਗੁਰੂ ਸਾਹਿਬ ਨੇ ਆਪਣੇ ਹੱਥੀਂ ਬਣਾਇਆ। ਬਿਲਕੁਲ, ਅੱਜ ਉਹ ਬੇਸਮੈਂਟ ਦੇ ਵਿੱਚ ਹੈ। ਹਾਂਜੀ, ਉਦੋਂ ਵੀ ਕਹਿੰਦੇ ਕਈਆਂ ਨੇ ਕੋਸ਼ਿਸ਼ ਕੀਤੀ ਸੀ ਵੀ ਇਹ ਵੀ ਮਲੀਆਮੇਟ ਕਰ ਦਈਏ, ਪਰ ਜਿਹੜੇ ਸਿੱਖ ਜਜ਼ਬਾਤ ਰੱਖਣ ਵਾਲੇ ਗੁਰਮੁਖ ਸੀ ਉਹਨਾਂ ਨੇ ਆਖਿਆ ਵੀ ਇਹਨੂੰ ਹੱਥ ਵੀ ਨਾ ਲਾਇਓ, ਇਹ ਇਦਾਂ ਹੀ ਰਹੂਗਾ, ਔਰ ਉਹਨੂੰ ਉਸੇ ਤਰ੍ਹਾਂ ਕਾਇਮ ਰੱਖਿਆ। ਜੀ, ਸੋ ਭਾਈ ਸਾਹਿਬ, ਜਿਹੜੇ ਬਾਬਾ ਸੰਤਾ ਸਿੰਘ ਨੇਗੇ, ਉਹਨਾਂ ਨੇ ਜਿਹੜਾ ਸਰਕਾਰ ਦੀ ਮਦਦ ਦੇ ਨਾਲ ਦੁਬਾਰਾ ਉਸਾਰੀ ਕਰਵਾਈ। ਸਰਕਾਰ ਇੱਕ ਪਾਸੇ ਤਾਂ ਉਸ ਮੁਕੱਦਸ ਸਥਾਨ ਨੂੰ ਢਵਾਉਂਦੀ ਹੈ ਕਹਿ ਸਕਦੇ ਹਾਂ, ਦੂਸਰੇ ਪਾਸੇ ਉਹਨੂੰ ਫੇਰ ਬਣਵਾਉਣਾ ਚਾਹੁੰਦੀ ਹੈ। ਤੇ ਦੂਜਾ ਸਵਾਲ ਇਹ ਹੈ ਕਿ ਸਿੱਖ ਸੰਗਤ ਨੂੰ ਕਿਉਂ ਨਹੀਂ ਮਨਜ਼ੂਰ ਕਿ ਸਰਕਾਰ ਦੀ ਮਦਦ ਨਾਲ ਬਣਾਈ ਜਾਵੇ ਇਮਾਰਤ, ਉਸ ਨੂੰ ਕਿਉਂ ਢਾਇਆ ਗਿਆ? ਦੇਖੋ ਜੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਆਪ ਆਪਣੇ ਹੱਥੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਣਾਉਂਦੇ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜਾਂ ਹੋਰ ਗੁਰਮੁਖ ਪਿਆਰੇ ਉਹ 'ਚ ਲੱਗਦੇ ਆ। ਜੀ, ਸਰਕਾਰ ਕੌਣ ਹੁੰਦੀ ਆ ਸ਼੍ਰੀ ਅਕਾਲ ਤਖਤ ਸਾਹਿਬ ਬਣਾਉਣ ਵਾਲੀ?
ਜਿਹੜੀ ਸਰਕਾਰ ਢਾਹ ਹੀ ਰਹੀ ਆ, ਪਹਿਲੀ ਗੱਲ ਤੇ ਉਹ ਢਾਹ ਰਹੀ ਆ, ਉਹਨਾਂ ਦੇ ਮਨਸੂਬੇ ਦੇ ਉੱਥੋਂ ਹੀ ਜ਼ਾਹਰ ਹੁੰਦੇ ਵੀ ਉਹ ਢਾਹ ਰਹੀ ਆ। ਜੀ ਜੀ। ਤੇ ਢਾਉਣ ਤੋਂ ਬਾਅਦ ਜੇ ਉਹ ਆਪਣੇ ਬੰਦਿਆਂ ਦੇ ਰਾਹੀਂ ਬਣਾ ਰਹੀ ਆ ਸਰਕਾਰੀ ਸ਼ਹਿ ਦੇ ਉੱਤੇ, ਤਾਂ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਦਬ ਦਾ ਕੋਈ ਖਿਆਲ ਨਹੀਂ। ਉਹਨਾਂ ਨੂੰ ਤੇ ਇੰਨਾ ਗਾ ਵੀ ਢੱਠਾ ਸ਼੍ਰੀ ਅਕਾਲ ਤਖਤ ਸਾਹਿਬ ਵੇਖ ਕੇ ਸਿੱਖਾਂ ਦੇ ਮਨ ਦੇ ਵਿੱਚ ਜਿਹੜੀ ਰਾਜਸੀ ਮੰਗ ਆ ਇਹ ਹੋਰ ਤੇਜ਼ ਹੀ ਹੋਊਗੀ ਵੀ ਜੇ ਸਾਡਾ ਰਾਜ ਭਾਗ ਹੁੰਦਾ ਤੇ ਸਾਡੇ ਤਖਤ ਤੇ ਨਾ ਢਹਿੰਦੇ। ਇਹਨਾਂ ਦੇ ਅੰਦਰ ਇਹ ਜੋਸ਼ ਪੈਦਾ ਹੋਊਗਾ ਤੇ ਉਹ ਤਾਂ ਕਰਕੇ ਉਹਨੂੰ ਬਣਾਉਂਦੇ ਆ। ਇਹ ਕਰਕੇ ਨਹੀਂ ਬਣਾਉਂਦੇ ਵੀ ਉਹਨਾਂ ਨੂੰ ਸਾਡੇ ਨਾਲ ਕੋਈ ਹਮਦਰਦੀ ਆ ਜਾਂ ਕੋਈ ਅਕਾਲ ਤਖਤ ਸਾਹਿਬ ਦਾ ਡਰ ਵਾ ਜਾਂ ਖੌਫ ਆ, ਪਰ ਕੌਮ ਉਹਨੂੰ ਕਿਉਂ ਪ੍ਰਵਾਨ ਕਰੇ ਨਾ, ਕਿਉਂਕਿ ਸਿੱਖ ਕੌਮ ਦੀ ਇੱਕ ਵੱਖਰੀ ਰਾਜਸੀ ਹਸਤੀ ਵੀ ਆ, ਇੱਕ ਰੂਹਾਨੀ ਹਸਤੀ ਵੀ ਆ ਜੀ। ਤੋ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਆ ਉਹ ਫਿਰ ਸਿੱਖ ਕਦੀ ਪ੍ਰਵਾਨ ਹੀ ਨਹੀਂ ਕਰ ਸਕਦੇ ਵੀ ਇਹਦੇ ਵਿੱਚ ਸਰਕਾਰ ਦੀ ਕਿਸੇ ਵੀ ਤਰੀਕੇ ਦੀ ਕੋਈ ਦਖਲ ਅੰਦਾਜ਼ੀ ਹੋਵੇ। ਇਹ ਤੇ ਵੇਖੋ ਇੱਕ ਸਿੱਖ ਪ੍ਰਭੂ ਸੱਤਾ ਦਾ ਪ੍ਰਤੀਕ ਆ ਸ਼੍ਰੀ ਅਕਾਲ ਤਖਤ ਸਾਹਿਬ। ਇਹ ਤੁਸੀਂ ਕਹਿ ਸਕਦੇ ਹੋ ਵੀ ਉਹ ਦਰਜਾ ਸ਼ਾਇਦ ਵੈਟੀਕਨ ਸ਼ਹਿਰ ਨੂੰ ਵੀ ਨਹੀਂ ਹੈਗਾ ਜਿਹੜਾ ਸਿੱਖਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹੈਗਾ। ਉੱਥੇ ਕਿਸੇ ਦੀ ਦਖਲਅੰਦਾਜ਼ੀ ਹੋ ਹੀ ਨਹੀਂ ਸਕਦੀ। ਜੇ ਕੋਈ ਦਖਲਅੰਦਾਜ਼ੀ ਕਰੂਗਾ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੈਸੇ ਢਹਿ ਢੇਰੀ ਕਰੇ ਫੌਜਾਂ ਦੇ ਨਹੀਂ, ਤੇ ਭਾਵੇਂ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਨਿੱਜੀ ਹਿੱਤਾਂ ਦੇ ਲਈ ਵਰਤ ਕੇ ਸਿਧਾਂਤਕ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਨੁਕਸਾਨ ਕਰੇ। ਨੁਕਸਾਨ ਜਿੰਨੇ ਵੀ ਕੀਤਾ ਜਾਂ ਕਰਵਾਇਆ ਉਹ ਮਹਾਰਾਜ ਨੇ ਉਹਦਾ ਛੱਡਿਆ ਕੱਖ ਨਹੀਂ ਆ। ਬਿਲਕੁਲ। ਸਿੱਖ ਜਿਹੜੇ ਆ ਉਹ ਕਦੀ ਪ੍ਰਵਾਹ ਨਹੀਂ ਕਰ ਸਕਦੇ, ਖਾਸ ਕਰਕੇ ਖਾਲਸਾ ਪੰਥ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਦਖਲਅੰਦਾਜ਼ੀ ਜਿਹੜੀ ਉਹ ਕੀਤੀ ਜਾਵੇ। ਹੁਣ ਲੋੜ ਆ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਇੱਕ ਸ਼ੇਰ ਆ ਤੇ ਉਹਦੇ ਉੱਤੇ ਜਿਹੜੇ ਬੰਦੇ ਬਹਿ ਗਏ ਆ ਉਹ ਉਹਦੀ ਸੋਚ ਦੇ ਹਾਣੀ ਨਹੀਂ ਆ ਜੀ ਜੀ, ਉਹਨਾਂ ਨੂੰ ਉਤਾਰਨ ਦੀ ਲੋੜ ਆ। ਔਰ ਜਿਹੜਾ ਉੱਤੇ ਬੈਠਾ ਆ ਉਹਨੂੰ ਵੀ ਪਤਾ ਵੀ ਜਿੱਦਣ ਮੈਂ ਇਹਦੇ ਤੋਂ ਉਤਰ ਗਿਆ ਤੇ ਜਿਹੜਾ ਦੂਜੇ ਸਵਾਰ ਹੋਣੇ ਉਹਨਾਂ ਨੇ ਸਾਨੂੰ ਖਾ ਜਾਣਾ ਜੀ। ਇਹ ਕਰਕੇ ਉਹ ਆਪਣੇ ਬਚਾ ਲਈ ਉਹਨੂੰ ਇਹ ਹੈ ਵੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਰਵੇ ਜਾਂ ਨਾ ਰਵੇ, ਪਰ ਅਸੀਂ ਮਤਲਬ ਆਪਣੇ ਆਪ ਨੂੰ ਬਚਾ ਕੇ ਰੱਖਣਾ ਵਾ ਤੇ ਉਹ ਇਹਦੀ ਦੁਰਵਰਤੋਂ ਕਰ ਰਿਹਾ। ਪਰ ਇਹ ਲੰਮਾ ਸਮਾਂ ਚੱਲੂਗੀ ਨਹੀਂ। ਆ ਸੰਗਰੂਰ ਦੇ ਨਤੀਜਿਆਂ ਨੇ ਦੱਸਤਾ ਵਾ ਕਿ ਪੰਥ ਜਿਹੜਾ ਵਾ ਉਹ ਕਦੀ ਪ੍ਰਵਾਹ ਨਹੀਂ ਕਰਦਾ ਵੀ ਤੁਸੀਂ ਕਿਸੇ ਦੇ ਥੱਲੇ ਲੱਗ ਕੇ ਚੱਲੋ। ਪੰਥ ਤੇ ਚਾਹੁੰਦਾ ਵਾ ਵੀ ਤੁਸੀਂ ਗੁਰੂ ਪੰਥ ਨੂੰ ਜਵਾਬ ਦਿਓ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਹੁਕਮ ਦੇ ਮੁਤਾਬਕ ਚੱਲੋ, ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਦੇ ਹੇਠ ਚੱਲੋ। ਸਿੱਖਾਂ ਦੇ ਵਾਸਤੇ ਜ਼ਰੂਰੀ ਆ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ ਰਹਿਣਾ ਜੀ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦਰ ਮਾਣ ਕਰਨਾ, ਆਦਰ ਸਤਿਕਾਰ ਨੂੰ ਕਾਇਮ ਰੱਖਣਾ। ਜੇ ਕੋਈ ਗਲਤ ਵੀ ਹੋ ਰਿਹਾ ਤੇ ਕੌਮ ਨੂੰ ਮਤਲਬ ਫੈਸਲੇ ਲੈ ਕੇ ਉਹਨੂੰ ਰੋਕਣਾ ਚਾਹੀਦਾ। ਪਰ ਇਹ ਨਹੀਂ ਹੈਗਾ ਵੀ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਹੀ ਚੱਲ ਪਈਏ। ਖਿਲਾਫ ਚੱਲਣਾ ਸਾਡੇ ਹੱਕ 'ਚ ਨਹੀਂ ਆ, ਨਾ ਹਿੱਤ 'ਚ ਆ। ਸਾਡਾ ਤੇ ਫਰਜ਼ ਆ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਮੇਸ਼ਾ ਵਾਸਤੇ ਰਹੀਏ। ਇਹ ਲੋਕ ਜਿਹੜੇ ਆ ਇਹ ਤੇ ਆਉਂਦੇ ਜਾਂਦੇ ਰਹਿਣੇ ਆ, ਪਰ ਇਹ ਸੱਚਾ ਤਖਤ ਆ, ਇਹ ਸਦਾ ਕਾਇਮ ਰਹਿਣਾ ਵਾ। ਸੱਚੇ ਪਾਤਸ਼ਾਹ ਦਾ ਕਾਇਮ ਕੀਤਾ ਔਰ ਜੁਗੋ ਜੁਗ ਅਟਲ ਇਹ ਕੌਮ ਨੂੰ ਅਗਵਾਈ ਦਿੰਦਾ ਹੀ ਰਹੂਗਾ। ਇੱਕ ਦਿਨ ਦੁਨੀਆ ਦੇ ਉੱਤੇ ਇਹ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਆ ਇਹਦੀ ਜਿਹੜੀ ਛਤਰ ਛਾਇਆ ਵਾ ਪੂਰੀ ਦੁਨੀਆ ਦੇ ਉੱਤੇ ਹੋਊਗੀ ਤੇ ਪੂਰੀ ਦੁਨੀਆ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਕੇ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੇ ਠਾਉ, ਉਹ ਜਿਹੜਾ ਹਲੇਮੀ ਰਾਜ ਦਾ ਸੰਕਲਪ ਆ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਇਥੋਂ ਸੇਧ ਦਊਗਾ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਤੇ ਸਾਰੇ ਦਰਸ਼ਕਾਂ ਨੂੰ ਅਸੀਂ ਵਧਾਈਆਂ ਵੀ ਦੇਵਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਹਾੜੇ ਦੀਆਂ। ਸਭ ਨੂੰ ਵਧਾਈਆਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।